सत श्री अकाल फ्रेंड्स, दिस इज़ संडे मॉर्निंग एंड आई एम हेयर विद संडे जीके ब्लास्ट। तुसी देख रहे हो गिल्स मैंटोर ई लर्निंग एंड मैं अजय सिडाना लैके आया हर एग्जाम लई स्टैटिक जीके दी जड़ी बूटी ਵੀਕਲੀ ਸਟੈਟਿਕ ਜੀਕੇ ਬੇਸਡ ਔਨ ਬਰਨਿੰਗ ਇਸ਼ੂਜ਼ ਆਫ ਦੀ ਵੀਕ। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਇਹ ਲੈਕਚਰ ਆਪਣਾ ਹਰ ਸੰਡੇ ਸਵੇਰੇ 9 ਵਜੇ ਆਪਾਂ ਕਰਦੇ ਹਾਂ, ਜਿੰਦੇ 'ਚ ਆਪਾਂ ਡਿਸਕਸ ਕਰਦੇ ਹਾਂ ਬਰਨਿੰਗ ਇਸ਼ੂਜ਼ ਉਸ ਵੀਕ ਦੇ ਐਂਡ ਉਹਨਾਂ ਨਾਲ ਰਿਲੇਟਿਡ ਕੰਪਲੀਟ ਇਨਫੋਰਮੇਸ਼ਨ ਅਲੋਂਗ ਵਿਦ ਕੰਪਲੀਟ ਸਟੈਟਿਕ ਜੀਕੇ। ਸੋ ਇਸ ਵਾਰੀ ਆਪਾਂ ਜੋ ਵੀਕ ਆਪਣਾ ਕੰਪਲੀਟ ਹੋਇਆ ਆਪਾਂ ਮਈ 3rd ਵੀਕ ਦੇ ਸਾਰੇ ਜੋ ਬਰਨਿੰਗ ਇਸ਼ੂਜ਼ ਹੈ ਉਹ ਆਪਾਂ ਇਹਦੇ 'ਚ ਲਵਾਂਗੇ। ਦਿਸ ਵੀਡੀਓ ਇਜ਼ ਇਸੈਂਸ਼ੀਅਲ ਫॉर एवरी ਗੌਰਮੈਂਟ ਜੋਬ ਐਸਪਾਇਰੈਂਟਸ। ਸੋ ਪਹਿਲੀਆਂ ਦੋ ਵੀਡੀਓਜ਼ ਮਈ ਦੀਆਂ ਆ ਚੁੱਕੀਆਂ, ਜੋ ਲਾਸਟ 2 ਸੰਡੇਜ਼ ਆਪਾਂ ਕੀਤੀਆਂ ਸੀ ਉਹ ਵੀ ਤੁਸੀਂ ਪਲੇਲਿਸਟ ਦੇਖ ਸਕਦੇ ਹੋ। ਸੋ ਚਲੋ ਸਟਾਰਟ ਕਰਦੇ ਹਾਂ, ਬਟ ਸਟਾਰਟ ਕਰਨ ਤੋਂ ਪਹਿਲਾਂ 2 ਮਿੰਟ ਮੇਰੇ ਉਹਨਾਂ ਭਾਈ ਬੰਧੂਆਂ ਲਈ ਜੋ ਵੀਡੀਓ ਨੂੰ 2 ਜਾਂ 5 ਮਿੰਟ ਹੀ ਦੇਖ ਕੇ ਆਪਦੇ ਆਪ ਨੂੰ ਅੰਡਰ ਐਸਟੀਮੇਟ ਕਰ ਲੈਂਦੇ ਹੈ ਕਿ ਮੇਰੇ ਤੋਂ ਇਹ ਸਭ ਨਹੀਂ ਕਰਿਆ ਜਾਂ ਪੜ੍ਹਿਆ ਜਾਣਾ, ਜਾਂ ਕੁਝ ਉਹ ਮੇਰੇ ਦੋਸਤ ਜੋ ਸੋਚ ਲੈਂਦੇ ਹੈ ਕਿ ਹੁਣੇ ਨਹੀਂ ਐਗਜ਼ਾਮ ਦੇ ਜਦੋਂ ਐਗਜ਼ਾਮ ਆਇਆ ਉਹਦੇ ਐਗਜ਼ਾਮ ਦੇ ਨਜ਼ਦੀਕ ਹੀ ਆਪਾਂ ਇਹਨਾਂ ਚੀਜ਼ਾਂ ਨੂੰ ਪੜਾਂਗੇ। लेकिन दोस्तों मैं ये दसना चाहूँगा कि ये वीडियो क्यों मस्ट है। पहला 2 मिनट आप इस चीज़ ते लेने कि हाउ दिस लैक्चर विल बी बेनीफिशियल। दोस्तों ये लैक्चर या इस तरह की जो वीडियो है ये कवर करती है जर्नल अवेयरनेस। हर एग्जाम एक एस्पायरेंट तो ये एक्सपैक्ट करता है कि वो जनरली मीनस सोशली ਉਹ ਕਿੰਨਾ ਕੁ ਅਵੇਅਰ ਹੈ ਆਪਦੇ ਆਸੇ ਪਾਸੇ ਜੋ ਹੈਪਨ ਹੋ ਰਿਹਾ ਇਵੈਂਟ ਉਹਨਾਂ ਬਾਰੇ ਉਹਨੂੰ ਕਿੰਨੀ ਕੁ ਨੌਲੇਜ ਹੈ। ਉਸੇ ਚੀਜ਼ ਦੀ ਹੀ ਉਸੇ ਨੂੰ ਹੀ ਆਪਾਂ ਜੀਕੇ ਕਹਿੰਦੇ ਆ। ਅਗਰ ਆਪਾਂ ਟੈਕਨੀਕਲੀ ਗੱਲ ਕਰੀਏ ਤਾਂ ਵਟ ਇਜ਼ ਜਰਨਲ ਅਵੇਅਰਨੈਸ? ਜਰਨਲ ਅਵੇਅਰਨੈਸ ਇਜ਼ ਦੀ ਸਟੈਟਿਕ ਜੀਕੇ ਬੇਸਡ ਔਨ ਕਰੰਟ ਇਵੈਂਟਸ ਜਾਂ ਕਰੰਟ ਇਸ਼ੂਜ਼। ਸੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਤੋਂ ਰਾਤ ਨਹੀਂ ਆਪਾਂ ਅਵੇਅਰ ਹੋ ਸਕਦੇ ਕਿ 3 ਮਹੀਨੇ ਪਹਿਲਾਂ ਜੋ ਚੀਜ਼ ਹੋਈ ਸੀ ਉਹਦੇ ਬਾਰੇ ਆਪਾਂ ਨੂੰ ਸਭ ਕੁਝ ਪਤਾ ਹੋਵੇ। ਇਹ ਉਦੋਂ ਹੀ ਪੋਸੀਬਲ ਹੈ ਜਦੋਂ ਆਪਾਂ ਨਾਲ ਨਾਲ ਕਿਸੇ ਚੀਜ਼ ਨੂੰ ਪੜ੍ਹਦੇ ਜਾਈਏ। ਕਰੰਟ ਅਫੇਅਰ ਨਾਲੋਂ ਕਿਵੇਂ ਡਿਫਰੈਂਟ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ, ਲੇਕਿਨ ਕੁਝ ਇੱਦਾਂ ਦੇ ਇਸ਼ੂਜ਼ ਹੁੰਦੇ ਆ ਹਰ ਵੀਕ ਜਾਂ ਹਰ ਥੋੜ੍ਹੇ ਦਿਨਾਂ ਦੇ ਵਿੱਚ ਜੋ ਕਿ ਲੌਂਗ ਟਰਮ ਲਈ ਜੋ ਹੈ ਇੰਪੋਰਟੈਂਟ ਹੋ ਜਾਂਦੇ ਆ, ਤਾਂ ਕਿ ਉਹਨਾਂ ਬਾਰੇ ਆਪਾਂ ਨੂੰ ਇੱਕ ਇਨਫੋਰਮੇਸ਼ਨ ਆਪਾਂ ਨੂੰ ਪਤਾ ਹੋਏ। ਸੋ ਅੱਜ ਦੀ ਵੀਡੀਓ 2 ਰੀਜ਼ਨਸ ਦੇ ਕਰਕੇ ਖਾਸ ਹੈ ਜੋ ਤੁਹਾਨੂੰ ਦੱਸਾਂ। ਜਰਨਲ ਅਵੇਅਰਨੈਸ ਬਾਰੇ ਆਪਾਂ ਗੱਲ ਕੀਤੀ, ਜੀਕੇ ਬਾਰੇ ਆਪਾਂ ਗੱਲ ਕੀਤੀ, ਦੱਸਿਆ ਤੁਹਾਨੂੰ ਕਿ ਇਹ ਲੈਕਚਰ ਕਿਉਂ ਇੰਪੋਰਟੈਂਟ ਹੈ। ਹੋਰ ਵੀ ਚੀਜ਼ਾਂ ਆਪਾਂ ਅੱਗੇ ਡਿਸਕਸ ਕਰਦੇ ਰਵਾਂਗੇ, ਲੇਕਿਨ ਅੱਜ ਦੀ ਇਹ ਵੀਡੀਓ ਕਿਉਂ ਬੈਨੀਫੀਸ਼ੀਅਲ ਹੋਏਗੀ? ਅੱਜ ਦੀ ਵੀਡੀਓ ਦੇ ਵਿੱਚ 2 ਚੀਜ਼ਾਂ ਖਾਸ ਹੈ, ਧਿਆਨ ਦੇਣਾ। ਪਹਿਲੀ ਜੋ ਚੀਜ਼ ਖਾਸ ਹੈ ਉਹ ਹੈ ਕਿ ਹਰ ਟੌਪਿਕ 'ਤੇ ਆਪਾਂ ਡਿਸਕਸ ਕਰਾਂਗੇ ਪ੍ਰੀਵੀਅਸ ਈਅਰ क्वेश्चन कि उदों जो अगर आप गल करिए कि पिछले 3 या 4 साल दे विच स्पैशली पंजाब एग्जाम दे विच किदां दे क्वेश्चन उन्हां रिलेटिड इवेंट्स तो आए सी। दैन आप डिस्कस करांगे कि बेनीफिट की है जो आप स्टैटिक जीके सीरीज़ भी कर रहे हैं उनका भी की बेनीफिट है जर्नल अवेयरनैस दे पॉइंट ऑफ व्यू नाल। सो एक चीज़ होर दसूँगा दोस्तों, वो ये कि किसी भी एग्जाम तुसी कोई भी एग्जाम देना है उहदे थोनों जीके दे क्वेश्चन मिलणगे ही मिलणगे, यू ऑल नो वेरी वैल। सो किवें कीता जा सकता है? मैं तुहानूं क्या कुछ फ्रेंड्स नूं लग्गिया होएगा कि सर रातों रात नहीं हो सकते तो असीं किवें करिए। दोस्तों जीके नूं करन लई या स्टैटिक जीके स्पैशली गल करां वो करन लई थोनों 3 आवर्स तुसीं ये लगा लो कि मैनू देने पैणगे पर वीक दे। 3 आवर्स पर वीक, कोई ज़्यादा नहीं है मेरे अकॉर्डिंग। 3 आवर थोड़े को वीक दे विच 168 आवर्स होंदे है। सो 168 आवर चो 3 आवर्स जो है वो तुसी देने हैं जीके दी वीडियोज़ नूं। एंड कंप्लीट वीडियोज़ नूं नहीं, वीडियोज़ तो सिर्फ 3 आंदियां वीक दे विच, संडे, ट्यूसडे एंड फ्राइडे। 40 मिनट्स के लैक्चर होंदे है। 40 × 3 2 आवर्स एंड 1 आवर तुसी देना है आपदी रिवीजन नूं एंड यू विल फील दी डिफरेंस। तुसी ये चीज़ करके देखो, 1 मंथ ਲਈ करके देखो, 2 मंथ्स ਲਈ करके देखो, तुसी खुद जो है जो एग्जाम च बैठोगे थोनों डिफरेंस जो है वो क्लीयर कट नज़र आएगा। चलो आप इस वीडियो बारे गल करिए।
ਸੋ ਮੇਨ ਬਰਨਿੰਗ ਇਸ਼ੂਜ਼ ਇਨ ਮਈ 3rd ਵੀਕ, ਮਈ 3rd ਵੀਕ ਦੇ ਵਿੱਚ ਕਿਹੜੇ ਕਿਹੜੇ ਮੇਨ ਇਸ਼ੂਜ਼ ਰਹੇ। ਸਭ ਤੋਂ ਪਹਿਲਾਂ ਆਪਾਂ ਲਵਾਂਗੇ, ਹਰ ਵਾਰੀ ਆਪਾਂ ਇਹ ਰੂਲ ਜੋ ਹੈ ਉਹ ਫੋਲੋ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਲਵਾਂਗੇ ਫੇਮਸ ਪਰਸਨੈਲਿਟੀ ਆਫ ਵੀਕ, ਇਸ ਵੀਕ ਦੀ ਫੇਮਸ ਪਰਸਨੈਲਿਟੀ ਗੁਰੂਦੇਵ ਰਵਿੰਦਰਨਾਥ ਟੈਗੋਰ। ਦੈਨ 2 ਗੌਰਮੈਂਟ ਸੋਸ਼ਲ ਵੈਲਫੇਅਰ ਸਕੀਮਸ, PM ਉਜਵਲਾ ਯੋਜਨਾ, ਆਯੁਸ਼ਮਾਨ ਭਾਰਤ ਸਕੀਮ। ਤੁਹਾਨੂੰ ਪਤਾ ਹੈ ਹਰ ਐਗਜ਼ਾਮ ਦੇ ਵਿੱਚ ਗੌਰਮੈਂਟ ਸਕੀਮਸ ਬਾਰੇ ਪੁੱਛਿਆ ਜਾਂਦਾ ਹੈ। ਸਪੈਸ਼ਲੀ ਤੁਸੀਂ ਦੇਖੋ ਮੇਰੇ ਉਹ ਦੋਸਤ ਜੋ ਮੇਰੀ ਤਰ੍ਹਾਂ ਜੋਬ ਕਰਕੇ ਨਾਲ ਪੜ੍ਹਾਈ ਵੀ ਕਰਦੇ ਹੈ ਅਤੇ ਨਾਲ ਫਰਦਰ ਪ੍ਰਮੋਸ਼ਨ ਦੀ ਤਿਆਰੀ ਕਰਦੇ ਹੈ। ਟੀਚਰਸ ਸਾਹਿਬਾਨ ਜਿਨ੍ਹਾਂ ਨੇ ਪ੍ਰਿੰਸੀਪਲ ਐਂਡ ਹੈਡਮਾਸਟਰ ਦਾ ਐਗਜ਼ਾਮ ਦੇਣਾ ਹੈ, PPSC ਨੇ ਜੋ ਸਿਲੇਬਸ ਦੇ ਵਿੱਚ ਸਪੈਸ਼ਲੀ ਮੈਂਸ਼ਨ ਕੀਤਾ ਹੈ ਗੌਰਮੈਂਟ ਸੋਸ਼ਲ ਵੈਲਫੇਅਰ ਸਕੀਮਸ। ਤੋਂ ਆਪਾਂ ਉਹੀ ਸਕੀਮਸ ਪੁੱਛੀਆਂ ਜਾਂਦੀਆਂ ਜੋ ਕੰਟੀਨਿਊ ਹੋ ਰਹੀਆਂ ਹੁੰਦੀਆਂ, ਜੋ ਰੀਸੈਂਟ ਚੱਲ ਰਹੀਆਂ ਹੁੰਦੀਆਂ। ਸੋ ਆਪਾਂ 2 ਸਕੀਮ ਇਸ ਵੀਕ ਜੋ ਇੰਪੋਰਟੈਂਟ ਰਹੀਆਂ, PM ਉਜਵਲਾ ਯੋਜਨਾ ਐਂਡ ਆਯੁਸ਼ਮਾਨ ਭਾਰਤ ਸਕੀਮ। ਦੈਨ ਆਪਾਂ ਵਰਡਸ ਇਸ਼ੂ ਦੀ ਗੱਲ ਕਰਾਂਗੇ, ਇਜ਼ਰਾਈਲ ਪਾਰਲੀਮੈਂਟ, ਵਰਲਡ ਹੈਲਥ ਆਰਗੇਨਾਈਜੇਸ਼ਨ ਐਂਡ ਵਰਲਡ ਬੀਜ਼ ਡੇਜ਼। ਫਿਰ ਆਪਾਂ ਕੁਝ ਨੈਸ਼ਨਲ ਇਸ਼ੂ ਆਪਾਂ ਲਵਾਂਗੇ, ਪ੍ਰੋਡਕਸ਼ਨ ਫੈਕਟਰੀਜ਼ ਆਫ ਇੰਡੀਅਨ ਰੇਲਵੇਜ਼। ਕਿਉਂ ਲਵਾਂਗੇ, ਕੀ ਨਿਊਜ਼ ਰਹੀ, ਆਪਾਂ ਆਉਣ ਵਾਲੀ ਸਲਾਈਡਸ 'ਚ ਕਰਾਂਗੇ। ਦੈਨ ਵੈਰੀ ਇੰਪੋਰਟੈਂਟ, ਹਰ ਇੱਕ ਨੂੰ ਪਤਾ ਹੈ ਐਮਫਨ ਆਇਆ ਸੁਪਰ ਸਾਈਕਲੋਨ, ਉਹਦੇ ਬਾਰੇ ਗੱਲ ਕਰਾਂਗੇ। ਟਡੋਬਾ ਟਾਈਗਰ ਰਿਜ਼ਰਵ। ਐਂਡ ਦੈਨ ਲਾਸਟ 'ਤੇ ਹਰ ਵਾਰੀ ਦੀ ਤਰ੍ਹਾਂ ਆਪਾਂ ਇੱਕ ਸੋਸ਼ਲ ਜਨਰਲ ਇਸ਼ੂ ਲਵਾਂਗੇ ਜਿਹਦੇ ਬਾਰੇ ਤੁਹਾਨੂੰ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਨਹੀਂ ਬਲਕਿ ਤੁਹਾਨੂੰ ਉਸ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਕਿ ਤੁਸੀਂ ਖੁਦ ਵੀ ਉਹਨੂੰ ਫੋਲੋ ਕਰ ਸਕੋ ਐਂਡ ਜੋ ਤੁਹਾਡੇ ਨਾਲ ਦੇ ਭਾਈ ਬੰਧੂ ਹੈ ਉਹਨਾਂ ਨੂੰ ਵੀ ਤੁਸੀਂ ਉਹ ਫੋਲੋ ਕਰਵਾ ਸਕੋ। ਸੋ next is static GK and information about all these issues in detail। सो एक चीज़ मैं ਤੁਹਾਨੂੰ ਦੱਸਾਂ ਕਿ ਮੈਂ ਤੁਹਾਨੂੰ ਕਿਹਾ ਕਿ ਇਹ ਕਰੰਟ ਅਫੇਅਰ ਤੋਂ ਕਿਵੇਂ ਡਿਫਰੈਂਟ ਹੈ। ਦੋਸਤੋ ਕਰੰਟ ਅਫੇਅਰ ਕਈ ਤਰ੍ਹਾਂ ਦੇ ਹੁੰਦੇ ਆ। ਕਰੰਟ ਅਫੇਅਰ ਮੇਨਲੀ ਹੁੰਦਾ ਵਨ ਲਾਈਨਰ ਅਗਰ ਆਪਾਂ ਗੱਲ ਕਰੀਏ ਲਾਈਕ ਰੀਸੈਂਟ ਅਪੋਇੰਟਮੈਂਟਸ ਹੈ ਨਾ, ਵਨ ਲਾਈਨਰ ਦੀ ਅਗਰ ਆਪਾਂ ਗੱਲ ਕਰੀਏ ਰੀਸੈਂਟ ਅਪੋਇੰਟਮੈਂਟਸ ਹੁੰਦੀਆਂ ਜਾਂ ਕੁਛ ਮੰਨ ਲੀजिए ਕੁਛ ਰੀਸੈਂਟ ਓਬਿਚਰੀਜ਼ ਹੁੰਦੀਆਂ, ਕਿਸੇ ਦੀ ਮੌਤ ਹੋ ਗਈ, ਕਿਸੇ ਦੀ ਅਪੋਇੰਟਮੈਂਟ ਹੋਈ ਹੈ, ਉਹ ਹੁੰਦੇ ਵਨ ਲਾਈਨਰ ਕਰੰਟ ਅਫੇਅਰ, ਉਹ ਤਾਂ ਤੁਹਾਨੂੰ ਕਰਨੇ ਹੀ ਪੈਣਗੇ। ਲੇਕਿਨ ਕੁਝ ਇਸ਼ੂਜ਼ ਜਿਵੇਂ ਕਿ ਮੈਂ ਤੁਹਾਨੂੰ ਇਸ ਤਰ੍ਹਾਂ ਦੇ ਲਿਖਿਆ, ਕੁਝ ਇਸ਼ੂਜ਼ ਇੱਦਾਂ ਦੇ ਹੁੰਦੇ ਹੈ ਜਿਹੜੇ ਕਿ ਡਾਇਰੈਕਟਲੀ ਨਾ ਪੁੱਛ ਕੇ ਇਨਡਾਇਰੈਕਟਲੀ ਪੁੱਛੇ ਜਾਂਦੇ ਹੈ ਕਿ ਉਹਨਾਂ ਬਾਰੇ ਜੋ ਗੱਲ ਹੈ ਉਹ ਡਾਇਰੈਕਟਲੀ ਵਨ ਲਾਈਨਰ ਕੁਐਸਚਨ ਨਾ ਆ ਕੇ ਬਲਕਿ ਉਹਨਾਂ ਨਾਲ ਰਿਲੇਟ ਕਰਦਾ ਹੋਇਆ ਸਟੈਟਿਕ GK ਤੋਂ ਟੌਪਿਕ ਪੁੱਛਿਆ ਜਾਂਦਾ ਹੈ। ਸੋ ਉਹ ਚੀਜ਼ਾਂ ਆਪਾਂ ਇਹਨਾਂ ਵੀਡੀਓਜ਼ ਦੇ ਵਿੱਚ ਕਰਨੀ ਹੈ। ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 2 ਚੀਜ਼ਾਂ ਲਈ ਇਹ ਵੀਡੀਓ ਖਾਸ ਹੋਏਗਾ। ਸੋ ਤੁਸੀਂ ਇਹਨੂੰ ਦੇਖਣਾ ਹੈ, ਲਾਸਟ ਤੱਕ ਆਉਂਦੇ ਤੁਹਾਨੂੰ ਇਹ ਚੀਜ਼ ਬਿਲਕੁਲ ਕਲੀਅਰ ਹੋ ਜਾਏਗੀ ਕਿ ਮੈਂ ਕਿਸ ਇਸ਼ੂਜ਼ ਦੀ ਜਾਂ ਕਿਸ ਕੁਐਸਚਨਸ ਦੀ ਗੱਲ ਕਰ ਰਿਹਾ। ਚਲੋ ਆਪਾਂ ਫਸਟ ਟੌਪਿਕ ਦੀ ਗੱਲ ਕਰਦੇ ਹਾਂ। ਫਸਟ ਇਜ਼ ਦੀ ਫੇਮਸ ਪਰਸਨੈਲਿਟੀ ਆਫ ਦੀ ਵੀਕ। ਸੋ ਇਸ ਵੀਕ ਦੀ ਫੇਮਸ ਪਰਸਨੈਲਿਟੀ ਰਹੇ ਗੁਰੂਦੇਵ ਰਵਿੰਦਰਨਾਥ ਟੈਗੋਰ। ਕਿਉਂ ਰਹੇ, ਨਿਊਜ਼ ਆਈ ਦ ਹਿੰਦੂ 'ਚ, ਦੀ ਇਜ਼ਰਾਈਲ ਨੇਮਸ ਅ ਸਟਰੀਟ ਆਫਟਰ ਰਵਿੰਦਰਨਾਥ ਟੈਗੋਰ। ਇਜ਼ਰਾਈਲ ਜੋ ਕੰਟਰੀ ਹੈ ਉਹਨਾਂ ਨੇ ਤੇਲ ਅਵੀਵ ਆਪਦੀ ਜੋ ਇੱਕ ਸਿਟੀ ਹੈ ਤੇਲ ਅਵੀਵ, ਜਿਹਨੂੰ ਅਥੋਰਾਈਜ਼ ਕੈਪੀਟਲ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਜੇਰੂਸਲਮ ਉਹਨਾਂ ਦੀ ਕੈਪੀਟਲ ਨਹੀਂ ਹੈ, ਉਹਦੇ ਬਾਰੇ ਮੈਂ ਤੁਹਾਨੂੰ ਦੱਸੂਗਾ ਹੁਣੇ ਕਿ ਕਿਉਂ ਨਹੀਂ ਹੈ। ਸੋ ਕਿਉਂ ਰਹੇ ਗੁਰੂਦੇਵ ਰਵਿੰਦਰਨਾਥ ਟੈਗੋਰ, ਇਹਨਾਂ ਦਾ ਬਰਥ ਹੋਇਆ 7 ਮਈ 1861 ਐਂਡ ਡੈਥ ਹੋਈ 7 ਅਗਸਤ 1941। ਸੋ ਤੁਸੀਂ ਇਹ ਕੁਛ ਮੇਰੇ ਦੋਸਤ ਇਹ ਕਹਿ ਸਕਦੇ ਆ ਕਿ ਸਰ ਇੰਨਾ ਡਿਟੇਲ ਦੀ ਜ਼ਰੂਰਤ ਨਹੀਂ ਹੈ ਜਾਂ ਇੰਨਾ ਡਿਟੇਲ ਨਹੀਂ ਪੁੱਛਿਆ ਜਾਂਦਾ, ਉਹਨਾਂ ਲਈ ਜੋ ਮੈਂ ਪ੍ਰੀਵੀਅਸ ਈਅਰ ਦੀ ਗੱਲ ਕੀਤੀ ਕਿ ਹਰ ਸਲਾਈਡ 'ਚ ਗੱਲ ਕਰਾਂਗੇ। PSPCL ਲੇਟੈਸਟ ਐਗਜ਼ਾਮ ਦਸੰਬਰ ਜਨਵਰੀ। ਕੀ ਪੁੱਛਿਆ ਗਿਆ, 12 ਜਨਵਰੀ ਨੂੰ ਸਵਾਮੀ ਵਿਵੇਕਾਨੰਦ ਜੀ ਦਾ ਬਰਥਡੇ ਹੁੰਦਾ ਹੈ। ਜੋ ਐਗਜ਼ਾਮ ਦਸੰਬਰ 'ਚ ਵੀ ਲਿੱਤੇ ਗਏ ਜਾਂ ਜਨਵਰੀ 'ਚ ਲਿੱਤੇ ਗਏ, ਉਹਨਾਂ ਇੱਕ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਕਿ ਸਵਾਮੀ ਵਿਵੇਕਾਨੰਦ ਜੀ ਦੀ ਡੈਥ ਕਿਹੜੇ ਈਅਰ ਦੇ ਵਿੱਚ ਹੋਈ। ਐਂਡ ਆਪਸ਼ਨਸ ਵੀ ਬਿਲਕੁਲ ਨਜ਼ਦੀਕ ਦਿੱਤੇ ਗਏ, 1901, 1902, 1903 ਐਂਡ 1904, ਜਿਹਦਾ ਰਾਈਟ ਆਨਸਰ ਸੀ 1902। ਸੋ ਪੁੱਛਿਆ ਜਾਂਦਾ ਹੈ। ਸੋ ਫੇਮਸ ਪਰਸਨੈਲਿਟੀ, ਉਹਨਾਂ ਬਾਰੇ ਆਪਾਂ ਨੂੰ ਇੱਕ ਚੀਜ਼ ਪਤਾ ਹੋਣੀ ਚਾਹੀਦੀ ਹੈ। ਸੋ ਕਿਉਂ ਫੇਮਸ ਰਹੇ, ਕਿਉਂਕਿ ਐਸੇ ਮੰਥ ਇਹਨਾਂ ਦੀ 159th ਬਰਥਡੇ ਜੋ ਐਨੀਵਰਸਰੀ, ਜੋ ਬਰਥ ਐਨੀਵਰਸਰੀ ਸੀ ਉਹਨੂੰ ਮਨਾਇਆ ਗਿਆ। ਐਂਡ ਕੌਣ ਸੀਗੇ ਰਵਿੰਦਰਨਾਥ ਟੈਗੋਰ, ਬਹੁਤ ਹੀ ਇੰਪੋਰਟੈਂਟ, ਉਹ ਸੀਗੇ ਲਿਟਰੇਚਰ ਨਾਲ ਰਿਲੇਟ ਕਰਦੇ ਹੋਏ। ਲਿਟਰੇਚਰ ਜਿਵੇਂ ਕਿ ਰਾਈਟਰ, ਕੰਪੋਜ਼ਰ, ਪਲੇ ਰਾਈਟ, ਐਸੇਇਸਟ, ਸਪੈਸ਼ਲੀ ਇਨ ਬੈਂਗੋਲੀ ਐਂਡ ਇੰਗਲਿਸ਼ ਲੈਂਗੁਏਜ, ਉਹਦੇ ਲਈ ਇਹ ਬੜੇ ਫੇਮਸ ਸੀ। ਐਂਡ ਸਭ ਤੋਂ ਵੱਡੀ ਜੋ ਇਹਨਾਂ ਦੀ ਅਚੀਵਮੈਂਟ ਸੀ, 2 ਅਚੀਵਮੈਂਟ ਇਹਨਾਂ ਦੀਆਂ ਬਹੁਤ ਵੱਡੀਆਂ ਅਚੀਵਮੈਂਟ ਰਹੀਆਂ। ਪਹਿਲੀ ਅਚੀਵਮੈਂਟ ਕਿ 1913 ਦੇ ਵਿੱਚ ਹੀ ਵਾਜ਼ ਦੀ ਨੋਬਲ ਲਿਓਰੀਏਟ, ਉਹ ਐਜ਼ ਫਸਟ ਨੋਨ ਯੂਰੋਪੀਅਨ, ਉਸ ਤੋਂ ਪਹਿਲਾਂ ਸਾਰੇ ਯੂਰੋਪੀਅਨ ਨੂੰ ਹੀ ਦਿੱਤਾ ਗਿਆ ਸੀਗਾ, ਲੇਕਿਨ ਇਹ ਪਹਿਲੇ ਓਬਵੀਅਸਲੀ ਪਹਿਲੇ ਇੰਡੀਅਨ ਤਾਂ ਹੋ ਹੀ ਗਏ, ਪਹਿਲੇ ਏਸ਼ੀਅਨ ਵੀ ਹੋ ਗਏ,
पहले नॉन यूरोपीयन जिन्होंने नोबल प्राइज़ इन लिटरेचर दिता गया 1913 उन्होंने किहड़े वर्क लई उन्होंने वर्क लई गीतांजलि वर्क लई। होर उन्होंने किहड़े किहड़े फेमस वर्क रहे गीतांजलि, गोरा, जन गण मन एंड अमार सोनाल बंगला। सो तुसीं देखो इत्थे सब तो इंपोर्टेंट एक आ रहा है जन गण मन। ये की है दोस्तों अपना राष्ट्रीय गान। सो अपना राष्ट्रीय गान किन्ना ने लिखिया रविंद्रनाथ टैगोर जी ने। अमार सोनाल बंगला ये किहड़े देश का राष्ट्रीय गान है हुण थोड़ा उन्होंने चेंज किया है लेकिन जो ये बांग्लादेश का ये राष्ट्रीय गान है। सो रविंद्रनाथ टैगोर जी वाज दी ओनली परसन जिन्हां दे लिखे जो है गान नूं दो देशों का राष्ट्रीय गान इन्होंने लिखिया गुरुदेव रविंद्रनाथ टैगोर। सो एक क्वेश्चन होर लाइट क्वेश्चन चलो उस तो पहला अगर आप ये देख लीए कि ये इजराइल क्यों न्यूज़ सी इजराइल के तेल अवीव की जो ये स्ट्रीट है जिन्हों का इन्हों के नाम से नाम दिता गया। गुरुदेव इन्हों गुरुदेव क्यों कहा जाता है किन्हों ने कहा इन्हों गुरुदेव इन्हों गुरुदेव कहा महात्मा गांधी जी ने। महात्मा गांधी मोहनदास करमचंद गांधी जी को रविंद्रनाथ टैगोर जी ने उपाधि दी महात्मा दी एंड उन्हों दे ही कंसीक्वेंस जो है अपना उन्होंने तो ही उन्होंने रिस्पैक्ट देंदे हुए महात्मा गांधी जी ने इन्हों क्या गुरुदेव। सो याद रखना है दोनों ही क्वेश्चन बन जाते हैं कि महात्मा गांधी जी को महात्मा की उपाधि किन्ने दी रविंद्रनाथ टैगोर जी ने। रविंद्रनाथ टैगोर जी को गुरुदेव की उपाधि किन्ने दी महात्मा गांधी जी ने। सो ये सी अपनी फेमस पर्सनैलिटी ऑफ द वीक गुरुदेव रविंद्रनाथ टैगोर। नेक्स्ट इज द सोशल वेलफेयर स्कीम प्रधानमंत्री उज्ज्वला योजना। क्यों न्यूज़ च रही क्योंकि पीएम उज्ज्वला योजना ने कंप्लीट किए 4 ईयर कंप्लीट किए क्योंकि इनू लॉन्च किया गया सी मई 2016 दे विच स्पैशली लेबर डे जो 1 मई 2016 किहड़ी जगह किया गया बलिया यूपी दे विच इनू पीएम मोदी जी ने इनोग्रेट किया सी 2016 दे विच। सो इनू 4 साल कंप्लीट होए है इस योजना नू तां आपां इस योजना बारे पढ़ रहे हैं। सो उज्ज्वला योजना क्वेश्चन आ जाता है कि किहड़ी चीज़ नाल रिलेट करती है। ये रिलेट करती है थोड़े तुसीं देख पा रहे होंगे सिलेंडर दैट इज़ LPG लिक्विडिफाइड पेट्रोलियम गैस। सो लिक्विडिफाइड पेट्रोलियम गैस दैट इज़ LPG कनैक्शन टू पुअर हाउस होल्ड एंड इत्थे एक वीमेन दिखाई गई है वोमेन दिखाई गई है। सो ये स्पैशली जो एलिजिबिलिटी है वीमेन लई सी एंड अडल्ट वेमेन ऑफ द मैंबर ऑफ BPL बिलो पुअर्टी लाइन फैमिली आइडेंटिफाइड थ्रू सोशियो इकनोमिक कास्ट सेंसिस। ये जो है इंडिया दे विच टाइम टू टाइम सोशियो इकनोमिक कास्ट सेंसिस किया जाता है एंड उस दे बिहाफ से जो BPL फैमिलीज सी उन्होंने जो है फ्री सिलेंडर कनैक्शन की योजना दी गई एंड इन दी करंट सिनेरियो जो हुण लॉकआउट चल रहा है इहदे विच भी इन्हों काफ़ी बेनीफिट दिता गया जिवें कि कहा गया सी कि इन्हों 3 महीने लिए जो सिलेंडर है वो फ्री ऑफ कॉस्ट दिता जाएगा। सो वट वाज दी टारगेट जो स्कीम स्टार्ट हुई टारगेट सी 5 करोड़ कनैक्शन देने का लेकिन टिल टाइम अगर आप 2019 तक की गल करिए 8 करोड़ कनैक्शन दिते जा चुके हैं मीनस टारगेट तो भी आप डबल की तरफ जा रहे हैं। 715 डिस्ट्रिक्ट कवर की जा चुकी हैं एंड एक यूनीवर्सल हैल्पलाइन जारी किया गया सी 1906 जिंदे तो सारी जानकारी ली जा सकती है एंड वेरीअस कोई लीकेज वगैरह अगर किसी को नहीं यूज़ करना आ रहा तो उत्थे उनकी जो है कंप्लेंट लिखी जा सकती है। सो दिस इज प्रधानमंत्री उज्ज्वला योजना रिलेटेड विद LPG connection to the poor household. Second government welfare scheme which was in news during the last week is Ayushman Bharat. Ayushman क्यों न्यूज़ च रहा बेनिफिशरीज ऑफ आयुष्मान भारत टचेज 1 करोड़ है ना। सो आयुष्मान भारत बेनीफिशरी जिन्हों ने बेनीफिट ले लिया मैंबरस नहीं मैंबरस तो जो ये स्कीम लॉन्च हुई सी 2018 दे विच उदों किया गया सी कि 5 करोड़ फैमिलीज जो है वो इनका पार्ट है। ये भी बेस सी किंदे ते सोशो इकनोमिक कास्ट सेंसिस। सो सोशो इकनोमिक कास्ट सेंसिस दे विच जो एक प्रेसक्राइब लिमिट तो जो है जिन्हां दी आय घट सीगी सो उन्होंने इनकलूड किया गया आयुष्मान भारत स्कीम दे विच। ये लॉन्च हुई 23 सितंबर 2018 एज
ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ, NHPS ਇਹਨੂੰ ਕਿਹਾ ਜਾਂਦਾ ਸੀ, ਨੈਸ਼ਨਲ ਹੈਲਥ ਪ੍ਰੋਟੈਕਸ਼ਨ ਸਕੀਮ, ਜਿਨ੍ਹਾਂ ਦਾ ਬਾਅਦ 'ਚ ਨਾਮ ਕੀਤਾ ਗਿਆ PMJ। ਇਹ ਕੁਐਸਚਨ ਆਇਆ ਸੀ ਐਗਜ਼ਾਮ ਦੇ ਵਿੱਚ ਕਿ ਵਟ ਇਜ਼ ਦੀ ਫੁੱਲ ਫਾਰਮ ਆਫ PMJ, ਕੀ ਸੀ? ਪ੍ਰਧਾਨ ਮੰਤਰੀ ਜਨ ਆਰੋਗਿਆ ਯੋਜਨਾ, ਜਿੰਦਾ ਕਿ ਬਾਅਦ 'ਚ ਨਾਮ ਕਰ ਦਿੱਤਾ ਗਿਆ ਆਯੁਸ਼ਮਾਨ ਭਾਰਤ। ਸੋ एक इनका एम की सी मेनली, इनका एम सी कि जो पुअर हाउस होल्ड है, जो नीडी पीपल है, उन्होंने हैल्थ इंश्योरेंस नाल जोड़ना। एक सर्वे के मुताबिक इंडिया के 90% लोगों को हैल्थ इंश्योरेंस नहीं सीगा 2018 दे विच। सो ਉਹ ਹਾਊਸ ਹੋਲਡ ਜਿਹੜੇ ਹੈਲਥ ਇੰਸ਼ੋਰੈਂਸ ਨਾਲ ਖੁਦ ਪ੍ਰਾਈਵੇਟਲੀ ਨਹੀਂ ਜੁੜ ਸਕਦੇ, ਉਹਨਾਂ ਨੂੰ ਸੈਕੰਡਰੀ ਐਂਡ ਟਰਸ਼ਰੀ ਟ੍ਰੀਟਮੈਂਟ ਦੇਣ ਲਈ ਜੋ ਹੈ ਡਿਫਰੈਂਟ ਹਸਪੀਟਲ ਪ੍ਰਾਈਵੇਟ ਐਜ਼ ਵੈਲ ਐਜ਼ ਗੌਰਮੈਂਟ ਹਸਪੀਟਲਸ ਦੇਣ ਵਾਸਤੇ ਸਕੀਮ ਲਾਂਚ ਕੀਤੀ ਗਈ ਆਯੁਸ਼ਮਾਨ ਭਾਰਤ। ਸੋ ਇਹਦੀ ਜੋ ਮੇਨ ਬੋਡੀ ਹੈ ਜੋ ਇਹਨੂੰ ਕੰਟਰੋਲ ਕਰਦੀ ਹੈ, ਡੈਟ ਇਜ਼ ਨੈਸ਼ਨਲ ਹੈਲਥ ਅਥਾਰਟੀ NHA। एंड हु इज़ दी CEO चीफ ऑपरेटिंग ऑफिस जो ऑफिसर है वो आयुष्मान भारत दी, शी इज़ डॉक्टर इंदु भूषण। एंड अगर आप एक लाइन दे विच स्कीम करनी होवे कि क्यों ये स्कीम नू लॉन्च किया गया, तो वो है विजन ऑफ यूनीवर्सल हेल्थ कवरेज। सब नू जो अनऑर्गेनाइज सैक्टर है उन्होंने भी तुसी देखो कि लियान वास्ते स्कीम दे विच लियान वास्ते विजन ऑफ यूनीवर्सल हेल्थ कवरेज टू अचीव SDG of UN। what is SDG? सस्टेनेबल डेवलपमेंट गोल्स ऑफ यूनाइटेड नेशन। आप किसी वीडियो के ये जो सस्टेनेबल डेवलपमेंट गोल है इन्होंने भी डिटेल च करांगे। 17 गोल्स है UN दे एंड टारगेट है 2030। सो इनके बारे आप डिस्कस करांगे किसी एक किस तरह की है, जिन्नियां भी गौरमेंट वैलफेयर स्कीम्स आंदियां वो ये 17 जो है सस्टेनेबल डेवलपमेंट गोल्स लाइक गरीबी हटाओ, प्रॉपर शिक्षा मिले, प्रॉपर सैनिटाइजेशन या प्रॉपर हैल्थ कवरेज मिले, इस तरह के गोल्स है जिन्होंने सारी दुनिया फॉलो कर रही है। 2030 ਦੇ ਵਿੱਚ जो अर्थ ਨੂੰ ਹੋਰ ਰਹਿਣ ਲਾਇਕ ਬਣਾਉਣ ਲਈ ਇਹ जो सस्टेनेबल डेवलपमेंट गोल है ये किए जा रहे हैं। नैक्सट वर्ड इशू ते आप आने बहुत इंपोर्टेंट रहा एक इशू इजराइल्स पार्लीमेंट। इजराइल की नवी सरकार जो उन्होंने पार्लीमेंट दे विच हुई वो है न्यूज़ की रही इजराइल स्वीयर्स इन यूनिटी गौरमेंट। एक नाम दिता गया यूनिटी गौरमेंट। क्यों यूनिटी गौरमेंट का नाम दिता गया? इजराइल दे विच दो पार्टियां मेन है, जिवें आपने इत्थे अगर आप मेजर गल करिए तो जो स्टार्टिंग तो आप कह सकते हैं कि कांग्रेस एंड BJP इस तरह दी दो राइवल पार्टी है। इजराइल दे विच की होया कि उन्होंने काफ़ी बारी जो चुनाव किए गए लेकिन इस तरह का कोई पूर्ण बहुमत नहीं आया, तो उन्होंने दोनों पार्टियां ने ही आपस में कोलिशन बना लिया, दोनों मेन पार्टीज़ नहीं। सब तो पहला इजराइल की पार्लीमेंट की उन्होंने क्या की जाता है नैसेट किया जाता है। 120 मैंबर होंगे है, 3 साल बाद चुनाव होंगे है। सो इन्होंने 3 सालों लिए कोलिशन गौरमेंट बना लिया। उनके ये किया गया कि पहले 18 मंथ जो लिक्विड पार्टी जो करंट उन्होंने जो प्राइम मिनिस्टर है बेंजामिन नेतान्याहू है ना, वो 5th वारी इन्होंने 5वीं वारी इन्होंने आपका जो शपथ लीती PM की। सो पहले 18 मंथ ਲਈ लिक्विड पार्टी के बेंजामिन नेतान्याहू रहेंगे एंड बाद वाले 18 मंथ्स ਲਈ जो ब्लू एंड वाइट पार्टी के जो मिस्टर बैनी गैंट्स, ही इज़ मिस्टर गैनी बैंट्स, सो ये रहेंगे। सो इन्होंने एक कोलिशन गौरमेंट बनाई जिन्होंने क्या यूनिटी गौरमेंट। सो इस बारे थोड़ा पता होना चाहिए। प्लस एक अगर आप स्टैटिक की गल करिए, स्टैटिक बारे भी आप आवांगे, लेकिन उस तो पहला गल करिए थोनों इजराइल बारे एक चीज़ जरूर पता होनी चाहिए है, वो है वैस्ट बैंक इशू। ये वैस्ट बैंक इशू इजराइल दिखाया गया मैप दे विच, ये गाजा पट्टी एंड दिस इज़ वैस्ट बैंक। सो इजराइल एंड जो पैलेस्टाइन फिलिस्तीन जिन्हों कह देंगे है, इन्हों बहुत सालों का जो है ये टकरार चलिया आ रहा है मेनली जेरूसलम नूं लैके। इजराइल कहता है कि जेरूसलम साडा पार्ट है एंड पैलेस्टाइन कहता है कि जेरूसलम साडा पार्ट है। सो जेरूसलम जो है जिहड़ा है वो डिस्प्यूटिड जो एरिया है इस टाइम, क्योंकि ये स्पिरिचुअली बहुत इंपोर्टेंट ये जो सिटी है, तां करके दोनों का इहदे ते जो हक रहिंदा है। सो इहदे लई जो इन्हां दा इशू है, कई बारी अमरीका इस साइड हो जाता है या रशिया दूसरी साइड हो जाता है, इस तरह का इन्हां दे जो इशूज़ है वो चलते रहते हैं। सो तुहानूं पता होना चाहिए कि वैस्ट बैंक इशू जो है वो किस नाल रिलेट करता है, इजराइल एंड पैलेस्टाइन। हुण गल करिए स्टैटिक जीके की। स्टैटिक जीके का आप की टॉपिक लवांगे, आप क्या कि इजराइल पार्लीमेंट नूं की किया जाता है नैसेट किया जाता है नैसेट। सो
ਇਟ ਮੀਨਸ ਹੁਣ ਇੰਡੀਆ ਦੀ ਪਾਰਲੀਮੈਂਟ ਹੈ ਉਹਨੂੰ ਕਿਹਾ ਜਾਂਦਾ ਹੈ ਸੰਸਦ। ਸੋ ਬਹੁਤ ਸਾਰੇ ਦੇਸ਼ ਹੋਣਗੇ ਜਿਨ੍ਹਾਂ ਦੀਆਂ ਡਿਫਰੈਂਟ ਪਾਰਲੀਮੈਂਟਸ ਹੋਣਗੀਆਂ, ਤਾਂ ਕੁਐਸਚਨ ਵੀ ਪੁੱਛਿਆ ਜਾਂਦਾ ਹੈ ਨਾ। ਸੋ ਐਗਜ਼ਾਮੀਨਰ ਦਾ ਫੇਵਰੇਟ ਕੁਐਸਚਨ ਰਹਿੰਦਾ ਹੈ ਜਾਪਾਨ ਦੀ ਪਾਰਲੀਮੈਂਟ ਨੂੰ ਕੀ ਕਿਹਾ ਜਾਂਦਾ ਹੈ। ਚਲੋ ਆਪਾਂ ਜੋ ਵੀ ਕੰਟਰੀਜ਼ ਇੰਪੋਰਟੈਂਟ ਹੈ ਆਪਾਂ ਸਾਰਿਆਂ ਬਾਰੇ ਹੀ ਡਿਸਕਸ ਕਰਦੇ ਹਾਂ। ਸੋ ਦੀ ਟੋਪਿਕ ਇਜ਼ ਨੇਮ ਆਫ ਪਾਰਲੀਮੈਂਟ ਆਫ ਸਮ ਇੰਪੋਰਟੈਂਟ ਨੇਸ਼ਨਸ ਲਾਈਕ ਅਫਗਾਨਿਸਤਾਨ, ਸ਼ੋਰਾ। ਕਮ ਸੇ ਕਮ ਆਪਾਂ ਨੂੰ ਜੋ ਕੰਟਰੀਜ਼ ਬਹੁਤ ਇੰਪੋਰਟੈਂਟ ਰਹਿੰਦੀਆਂ ਉਹਨਾਂ ਬਾਰੇ, ਤੇ ਇੱਕ ਜੋ ਆਪਣੇ ਨੇਬਰ ਕੰਟਰੀਜ਼ ਹੈ ਉਹਨਾਂ ਦਾ ਆਪਾਂ ਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਐਗਜ਼ਾਮ ਪੁਆਇੰਟ ਆਫ ਵਿਊ ਨਾਲ। ਅਫਗਾਨਿਸਤਾਨ ਸ਼ੋਰਾ, ਆਸਟ੍ਰੇਲੀਆ ਫੈਡਰਲ ਪਾਰਲੀਮੈਂਟ, ਫਰਾਂਸ ਨੈਸ਼ਨਲ ਅਸੈਂਬਲੀ, ਇੰਡੀਆ ਪਾਰਲੀਮੈਂਟ ਜਿਹਨੂੰ ਆਪਾਂ ਸੰਸਦ ਵੀ ਕਹਿੰਦੇ ਹਾਂ, ਦੈਨ ਪਾਕਿਸਤਾਨ, ਇਰਾਕ, ਕੁਵੈਤ ਐਂਡ ਜੋਰਡਨ, ਇਹਨਾਂ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ ਹੈ ਨੈਸ਼ਨਲ ਅਸੈਂਬਲੀ। ਬੰਗਲਾਦੇਸ਼ ਦੀ ਨੂੰ ਕਿਹਾ ਜਾਂਦਾ ਹੈ ਜਾਤੀय ਸੰਸਦ। ਚਾਈਨਾ ਨੈਸ਼ਨਲ ਪੀਪਲਸ ਕਾਂਗਰਸ, ਚਾਈਨਾ ਅੱਜ ਕੱਲ੍ਹ ਵੁਹਾਨ ਕਰਕੇ ਜਾਂ ਕਰੋਨਾ ਕਰਕੇ ਬਹੁਤ ਇੰਪੋਰਟੈਂਟ ਹੈ, ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਚਾਈਨਾ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ ਹੈ ਨੈਸ਼ਨਲ ਪੀਪਲਸ ਕਾਂਗਰਸ। ਈਰਾਨ ਦੀ ਪਾਰਲੀਮੈਂਟ ਨੂੰ ਮਜਲਿਸ। ਜਾਪਾਨ ਦੀ ਫੇਵਰੇਟ ਕੁਐਸਚਨ ਆਫ ਐਗਜ਼ਾਮੀਨਰ ਜਾਪਾਨ ਡਾਈਟ। ਸਾਊਦੀ ਅਰੇਬੀਆ ਮਜਲਿਸ ਸ਼ੂਰਾ, ਸਾਊਦੀ ਅਰੇਬੀਆ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਾਊਦੀ ਅਰੇਬੀਆ ਜੋ G20 ਦਾ ਕਰੰਟ ਪ੍ਰੈਜ਼ੀਡੈਂਟ ਚੱਲ ਰਿਹਾ, ਜਿੰਨੀਆਂ ਵੀ G20 ਸਮਿਟਸ ਹੋ ਰਹੀਆਂ ਉਹ ਸਾਊਦੀ ਅਰੇਬੀਆ ਕਰਵਾ ਰਿਹਾ ਹੈ। ਸੋ ਸਾਊਦੀ ਅਰੇਬੀਆ ਦੀ ਪਾਰਲੀਮੈਂਟ ਨੂੰ ਕਿਹਾ ਜਾਂਦਾ ਹੈ ਮਜਲਿਸ ਸ਼ੂਰਾ। ਉਜ਼ਬੇਕਿਸਤਾਨ ਓਇਲੀ ਮਜਲਿਸ। ਨੇਪਾਲ ਨੈਸ਼ਨਲ ਪੰਚਾਇਤ, ਨੇਪਾਲ ਦੀ ਵੀ ਬਹੁਤ ਇੰਪੋਰਟੈਂਟ ਹੈ ਕਿਉਂਕਿ ਨੇਪਾਲ ਤੇ ਇੰਡੀਆ ਦਾ ਬਾਉਂਡਰੀ ਨੂੰ ਲੈ ਕੇ ਕਾਲਾ ਪਾਣੀ ਜੋ ਜਗ੍ਹਾ ਹੈ ਆਪਾਂ ਲਾਸਟ ਵੀਕ ਦੇ ਉਹਦੇ 'ਚ ਵੀਡੀਓ 'ਚ ਕੀਤਾ ਸੀ, ਸੋ ਉਹ ਵੀ ਇੰਪੋਰਟੈਂਟ ਹੈ ਨੇਪਾਲ ਨੈਸ਼ਨਲ ਪੰਚਾਇਤ। ਭੂਟਾਨ ਸ਼ੋਂਗਡੂ ਭੂਟਾਨ, ਦੈਨ USA ਕਾਂਗਰਸ, ਰਸ਼ੀਆ ਸਟੇਟ ਡਿਊਮਾ, ਸਾਊਥ ਅਫਰੀਕਾ ਹਾਊਸ ਆਫ ਅਸੈਂਬਲੀ, ਨੀਦਰਲੈਂਡ ਸਟੇਟ ਜਨਰਲ, ਫਿਨਲੈਂਡ। ਸਕੈਂਡੀਵੀਅਨ ਜੋ ਕੰਟਰੀਜ਼ ਹੈ ਉਹ ਵੀ ਕਾਫੀ ਵਾਰੀ ਇੰਪੋਰਟੈਂਟ ਰਹਿੰਦੀ ਹੈ ਕਿਉਂਕਿ ਹਰ ਜੋ ਵੀ ਇੰਡੈਕਸ ਲਾਂਚ ਹੁੰਦਾ ਹੈ ਇਹੀ ਕੰਟਰੀਜ਼ ਹੈ ਜੋ ਟੋਪ 'ਤੇ ਰਹਿੰਦੀਆਂ ਲਾਈਕ ਫਿਨਲੈਂਡ, ਐਜੂਸਕੁਸਟਾ ਐਂਡ ਆਈਸਲੈਂਡ ਆਲਥਿੰਗ। ਸੋ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਆਉਣੀਆਂ ਚਾਹੀਦੀਆਂ। ਇਹ ਹੈ ਪਾਰਲੀਮੈਂਟ ਦਾ ਨਾਮ, ਜਿਵੇਂ USA ਦੀ ਨੂੰ ਕਾਂਗਰਸ ਕਿਹਾ ਜਾਂਦਾ ਹੈ। ਸੋ ਅੱਗੇ ਜੋ ਇਹਨਾਂ ਦੇ ਪਾਰਟ ਹੁੰਦੇ ਆ ਲਾਈਕ ਲੋਕ ਸਭਾ, ਰਾਜ ਸਭਾ, ਜਾਂ USA ਦੇ ਵਿੱਚ ਕਾਂਗਰਸ ਦੇ ਦੋ ਪਾਰਟ ਹੁੰਦੇ ਆ ਹਾਊਸ ਆਫ ਰਿਪਰੈਜ਼ੈਂਟੇਟਿਵ ਐਂਡ ਸੀਨੇਟ। ਸੋ ਉਹ ਆਪਾਂ ਟਾਈਮ ਟੂ ਟਾਈਮ ਜਿਵੇਂ ਕਿਸੇ ਕੰਟਰੀ ਬਾਰੇ ਗੱਲ ਕਰਾਂਗੇ ਤਾਂ ਆਪਾਂ ਉਹ ਚੀਜ਼ ਵੀ ਕਰਦੇ ਰਹਾਂਗੇ। ਨੈਕਸਟ ਇਜ਼ ਵਰਲਡ ਹੈਲਥ ਆਰਗੇਨਾਈਜੇਸ਼ਨ, ਵੈਰੀ ਇੰਪੋਰਟੈਂਟ। ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹਨੂੰ WHO ਕਿਹਾ ਜਾਂਦਾ ਹੈ। ਨਿਊਜ਼ ਕੀ ਹੈ 73rd ਵਰਲਡ ਹੈਲਥ ਅਸੈਂਬਲੀ। 73rd ਵਰਲਡ ਹੈਲਥ ਅਸੈਂਬਲੀ ਹੋਈ। ਇਹ ਐਕਚੁਅਲ ਪਿਕ ਕੀ ਹੈ, ਇਹ ਪਿਕ ਹੈ 72nd ਵਰਲਡ ਹੈਲਥ ਅਸੈਂਬਲੀ ਦੀ ਕਿਉਂਕਿ ਇਸ ਵਾਰੀ ਜੋ ਅਸੈਂਬਲੀ ਹੋਈ ਉਹ ਵਰਚੁਅਲ ਅਸੈਂਬਲੀ ਹੋਈ। ਦੈਨ ਦਿਸ ਇਜ਼ ਦੀ ਲੋਗੋ ਆਫ ਵਰਲਡ ਹੈਲਥ ਆਰਗੇਨਾਈਜੇਸ਼ਨ। ਕਿਉਂ ਇੰਪੋਰਟੈਂਟ ਰਿਹਾ, ਇਸ ਵਾਰੀ ਦੇ ਜੋ ਮੇਨ ਰੈਜ਼ੋਲੂਸ਼ਨ ਰਹੇ ਉਹ ਰਹੇ ਓਰੀਜਨ ਆਫ ਕਰੋਨਾ ਦਾ ਓਰੀਜਨ ਜਾਣਨਾ ਐਂਡ ਐਨਾਲਿਸਿਸ ਆਫ ਰਿਸਪੌਂਸ ਆਫ WHO। ਅਮਰੀਕਾ ਲਗਾਤਾਰ ਬਲੇਮ ਲਗਾ ਰਿਹਾ ਕਿ WHO ਨੇ ਪ੍ਰੋਪਰ ਕੰਮ ਨਹੀਂ ਕੀਤਾ, ਸੋ ਉਹਦਾ ਐਨਾਲਿਸਿਸ ਕਰਨਾ। ਬਟ ਮੇਨਲੀ ਕਿਉਂ ਇੰਪੋਰਟੈਂਟ ਰਿਹਾ ਇਸ ਵਾਰੀ WHO, ਤੁਸੀਂ ਨਿਊਜ਼ ਚੈਨਲਾਂ 'ਤੇ ਦੇਖਿਆ ਹੋਏਗਾ ਕਿ ਇੰਡੀਆ ਐਜ਼ ਦਾ ਚੇਅਰਮੈਨ ਬਣ ਗਿਆ। ਯੈਸ, WHO ਦੇ ਦੋ ਹਿੱਸੇ ਹੁੰਦੇ ਹੈ, ਇੱਕ ਹੁੰਦਾ ਵਰਲਡ ਹੈਲਥ ਅਸੈਂਬਲੀ, ਸੈਕਿੰਡ ਹੁੰਦਾ ਐਗਜ਼ੀਕਿਊਟਿਵ ਬੋਰਡ। ਸੋ ਐਗਜ਼ੀਕਿਊਟਿਵ ਬੋਰਡ ਦੇ ਵਿੱਚ ਟਾਈਮ ਟੂ ਟਾਈਮ ਚੇਂਜਿਸ ਹੁੰਦੇ ਰਹਿੰਦੇ ਹੈ। ਇਸ ਵਾਰੀ ਜੋ ਐਗਜ਼ੀਕਿਊਟਿਵ ਬੋਰਡ ਦੇ ਵਿੱਚ ਚੇਂਜਿਸ ਹੋਏ ਉਹਦੇ 'ਚ ਇੰਡੀਆ ਪਲੱਸ 9 ਅਦਰ ਨੇਸ਼ਨ ਨੂੰ ਇਨਵੋਲਵ ਕੀਤਾ ਗਿਆ ਐਂਡ ਚੇਅਰਮੈਨ ਬਣਾਇਆ ਗਿਆ ਇੰਡੀਆ ਨੂੰ। ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਜੋ ਐਗਜ਼ੀਕਿਊਟਿਵ ਬੋਰਡ ਹੈ ਉਸ ਦਾ ਚੇਅਰਮੈਨ ਹੁਣ ਹੈਗੇ ਹੈ ਡਾਕਟਰ ਹਰਸ਼ ਵਰਧਨ ਇੰਡੀਆ ਤੋਂ, ਐਂਡ ਇੰਡੀਆ ਹੀ ਉਸ ਦਾ ਚੇਅਰਮੈਨ ਹੈ। ਸੋ ਓਬਵੀਅਸਲੀ ਉਹਨੂੰ ਸੰਭਾਲੇਗਾ ਕੌਣ, ਉਹ ਜੋ ਆਪਣੇ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਹੁੰਦੇ ਆ। ਸੋ ਹੈਲਥ ਐਂਡ ਫੈਮਿਲੀ ਵੈਲਫੇਅਰ ਮਿਨਿਸਟਰ ਇਸ ਟਾਈਮ ਹੈ ਡਾਕਟਰ ਹਰਸ਼ ਵਰਧਨ। ਉਹਨਾਂ ਦੀ ਕੌਂਸਟੀਟੂਐਂਸੀ ਕੀ ਹੈ, ਕਿੱਥੋਂ ਚੁਣਾਵ ਲੜ ਕੇ ਉਹ ਆਏ ਹੈ, ਚਾਂਦਨੀ ਚੌਂਕ ਦਿੱਲੀ। ਸੋ ਪਤਾ ਹੋਣਾ ਚਾਹੀਦਾ ਆਪਾਂ ਨੂੰ ਸਾਰਾ ਉਹਨਾਂ ਬਾਰੇ। ਐਂਡ ਮੇਨ ਫੋਕਸ ਜੋ ਰਿਹਾ, ਜੋ ਆਪਾਂ ਗੱਲ ਕਰ ਰਹੇ ਹਾਂ ਕਿ ਓਰੀਜਨ ਆਫ ਕਰੋਨਾ ਜਾਣਨਾ, ਤਾਂ ਯਾਨੀ ਕਿ ਜੂਨੋਟਿਕ ਸੋਰਸ ਜਾਣਨਾ। ਜੂਨੋਟਿਕ ਕੀ ਚੀਜ਼ ਹੁੰਦੀ ਹੈ, ਜੂਨੋਟਿਕ ਹੈ ਕਿ ਐਨੀਮਲਸ ਫਰੋਮ ਵਿਚ ਦੀ ਡਿਜ਼ੀਜ਼ ਕੈਨ ਟਰਾਂਸਮਿਟ ਟੂ ਹਿਊਮਨ। ਕਿੱਥੋਂ ਆਈਆਂ ਉਹ ਕਿਹੜੀ ਜਗ੍ਹਾ ਤੋਂ ਉਹਦਾ ਸੋਰਸ ਸੀ ਐਂਡ ਕਿਹੜੇ ਐਨੀਮਲ ਜੋ ਹੈ ਉਹ ਮੇਨ ਸੋਰਸ ਰਿਹਾ। ਇੰਟਰਸਟਿੰਗ ਫੈਕਟ ਇਹ ਰਿਹਾ ਕਿ ਦੋਸਤੋ USA ਐਂਡ ਚਾਈਨਾ ਦੋਨੋਂ ਹੀ ਇਹਦਾ ਜੋ ਹੈ ਉਹਨਾਂ ਨੇ ਸਮਰਥਨ ਨਹੀਂ ਕੀਤਾ ਕਿ ਅਸੀਂ ਸੋਰਸ ਜਾਣਨਾ ਚਾਹੁੰਦੇ ਹਾਂ। ਚਲੋ ਰੀਜ਼ਨ ਜੋ ਵੀ ਰਹੇ। ਸੋ ਸੈਕਿੰਡ ਕੀ ਫੋਕਸ ਰਿਹਾ ਕਿ ਟਰਾਂਸਪੇਰੈਂਟ, ਟਾਈਮਲੀ ਐਂਡ ਇਕੁਇਟੇਬਲ ਅਸੈਸ ਟੂ ਵੈਕਸੀਨ ਫॉर ਆਲ, ਕਿ ਜਦੋਂ ਵੈਕਸੀਨ ਬਣ ਜਾਏਗੀ ਉਹਨੂੰ ਜਲਦੀ ਬਣਾਉਣਾ, ਟਰਾਂਸਪੇਰੈਂਟ ਤਰੀਕੇ ਨਾਲ ਉਹਨੂੰ ਡਿਸਟਰੀਬਿਊਟ ਕਰਨਾ ਹਰ ਕੰਟਰੀ ਦੇ ਵਿੱਚ। ਸੋ ਟੋਟਲ ਮੈਂਬਰ ਸਟੇਟ ਕੀ ਹੈ ਅਸੈਂਬਲੀ ਦੇ 194। ਅਗਰ ਆਪਾਂ WHO ਦੀ ਗੱਲ ਕਰੀਏ, ਇੱਕ ਚੀਜ਼ ਹੋਰ,
ਤੁਸੀਂ ਇਸ ਤੋਂ ਇਹ ਨਹੀਂ ਲੈਣਾ ਕਿ WHO ਦਾ ਹੈੱਡ ਹੀ ਚੇਂਜ ਹੋ ਗਿਆ। ਡਾਇਰੈਕਟਰ ਜਨਰਲ ਹੁਣ ਵੀ ਟੈਡਰੋਸ ਅਧਾਨੋਮ ਹੀ ਹੈ, ਲੇਕਿਨ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਦੋ ਹੁੰਦੇ ਆ ਇਹਦੇ ਹਿੱਸੇ, ਵਰਲਡ ਹੈਲਥ ਅਸੈਂਬਲੀ ਐਂਡ ਐਗਜ਼ੀਕਿਊਟਿਵ ਬੋਰਡ। ਐਗਜ਼ੀਕਿਊਟਿਵ ਬੋਰਡ ਦਾ ਚੇਅਰਮੈਨ ਜੋ ਹੈ ਉਹ ਇੰਡੀਆ ਹੈ, ਬਟ ਜੋ ਡਾਇਰੈਕਟਰ ਜਨਰਲ ਹੈ ਹਜੇ ਵੀ ਮਿਸਟਰ ਟੈਡਰੋਸ ਅਧਾਨੋਮ ਹੈ। 7 ਅਪ੍ਰੈਲ 1948 ਨੂੰ ਜੋ ਹੈ WHO ਦੀ ਫੋਰਮੇਸ਼ਨ ਹੋਈ, ਜਿਹੜੇ ਕਿ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ ਵਰਲਡ ਹੈਲਥ ਡੇ। ਸੋ ਹੈੱਡਕੁਆਟਰ ਹੈ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ। ਐਂਡ ਇੰਡੀਆ ਦੀ ਤਰਫੋਂ ਚੀਫ ਸਾਇੰਟਿਸਟ ਕੌਣ ਨੇ? ਸੌਮਿਆ ਸਵਾਮੀਨਾਥਨ। ਕੌਣ ਨੇ ਸੌਮਿਆ ਸਵਾਮੀਨਾਥਨ? ਸ਼ੀ ਇਜ਼ ਦੀ ਡੋਟਰ ਆਫ ਫਾਦਰ ਆਫ ਗ੍ਰੀਨ ਰੈਵੋਲਿਊਸ਼ਨ ਇਨ ਇੰਡੀਆ। ਕੌਣ ਸੀਗੇ? ਡਾਕਟਰ MS ਸਵਾਮੀਨਾਥਨ। ਉਹਨਾਂ ਦੀ ਬੇਟੀ ਹੈ ਸੌਮਿਆ ਸਵਾਮੀਨਾਥਨ, ਜੋ ਇੰਡੀਆ ਤੋਂ ਚੀਫ ਸਾਇੰਟਿਸਟ ਹੈ WHO ਦੇ ਵਿੱਚ। ਸੋ ਦੋਸਤੋ ਇੱਕ ਇੱਕ ਡਿਟੇਲ ਤੁਹਾਡੇ ਸਾਹਮਣੇ ਹੈ, ਹੁਣ ਤੁਸੀਂ ਇਹਨਾਂ ਸਾਰੀ ਚੀਜ਼ ਨੂੰ ਨੋਟ ਕਰਨਾ ਹੈ ਤੇ ਉਹਨੂੰ ਸਟੱਡੀ ਕਰਨਾ ਹੈ। ਦੈਨ ਨੈਕਸਟ ਇਜ਼ ਵਰਲਡ ਬੀ ਡੇ, ਮਧੂਮੱਖੀ ਦਾ ਦਿਨ, ਵਰਲਡ ਬੀ ਡੇ। ਸੋ ਨਿਊਜ਼ ਰਹੀ, ਵਰਲਡ ਬੀ ਡੇ ਸੈਲੀਬ੍ਰੇਟ ਬਾਈ UN ਔਨ May 20। ਸੋ ਜੋ ਵਰਲਡ ਬੀ ਡੇ ਹੈ ਇਹ ਮਨਾਇਆ ਜਾਂਦਾ May 20 ਐਵਰੀ ਈਅਰ। 2018 ਤੋਂ ਮਨਾਇਆ ਜਾਣ ਲੱਗਿਆ। ਇਸ ਵਾਰੀ ਦੀ ਜੋ ਥੀਮ ਹੈ ਉਹ ਹੈ ਸੇਵ ਦੀ ਬੀਜ਼। ਸੋ ਕਿਉਂ ਮਨਾਇਆ ਜਾਂਦਾ? ਰੀਜ਼ਨ ਇਹ ਹੈ ਕਿ ਐਪੀਕਲਚਰ ਪਾਇਨੀਅਰ ਐਂਟੋਨ ਜਾਂਸਾ ਨੂੰ ਓਨਰ ਕਰਦੇ ਹੋਏ ਇਹ ਡੇ ਮਨਾਇਆ ਜਾਂਦਾ ਹੈ। ਸੋ ਐਪੀਕਲਚਰ ਮੀਨਸ ਮਧੂਮੱਖੀ ਪਾਲਣ ਨੂੰ ਜੋ ਆਪਾਂ ਜੋ ਉਹ ਸਟੱਡੀ ਨੂੰ ਕਿਹਾ ਜਾਂਦਾ ਐਪੀਕਲਚਰ। ਸੋ ਕੀ ਸਿਗਨੀਫਿਕੈਂਸ ਹੈ ਬੀਜ਼ ਨੂੰ? ਕਿਉਂ? ਬੀਜ਼ ਆਰ ਦੀ ਪੋਲੀਨੇਟਰਸ, ਜੋ ਕਿ ਇਕੋਸਿਸਟਮ ਲਈ ਬੜੇ ਜ਼ਰੂਰੀ ਹੈ। ਟੂ ਐਕਨੋਲੇਜ ਦੀ ਰੋਲ ਆਫ ਬੀਜ਼ ਐਂਡ ਅਦਰ ਪੋਲੀਨੇਟਰਸ, ਜਿਵੇਂ ਇਸ ਤਰ੍ਹਾਂ ਇਹ ਦੇਖੋ ਪਕਾਉਣ 'ਚ ਹੈਲਪ ਕਰ ਰਹੇ ਆ ਨਾ, ਸੋ ਪੋਲੀਨੇਟਰ ਫੋਰ ਦੀ ਇਕੋਸਿਸਟਮ। ਸੋ ਆਪਾਂ ਗੱਲ ਕੀਤੀ ਐਪੀਕਲਚਰ ਮੀਨਸ ਮਧੂਮੱਖੀ ਪਾਲਣ ਦੀ ਜੋ ਸਾਇੰਸ ਹੈ ਉਹਨੂੰ ਕਿਹਾ ਜਾਂਦਾ ਐਪੀਕਲਚਰ। ਸੋ ਹੋਰ ਵੀ ਸਾਇੰਸਿਸ ਹੋਣਗੀਆਂ। ਸੋ ਇੱਥੇ ਤੁਸੀਂ ਦੇਖੋ, ਨੋ ਡਾਊਟ ਇਟ ਇਜ਼ ਇੰਪੋਰਟੈਂਟ ਫॉर ਈਚ ਐਂਡ ਐਵਰੀ ਐਗਜ਼ਾਮ, ਬਟ ਸਪੈਸ਼ਲੀ ਫॉर ਪਟਵਾਰੀ ਐਗਜ਼ਾਮ ਇੱਕ ਕੁਐਸਚਨ श्योर है इस सामने थोड़ी दी गई स्लाइड तो। लास्ट पटवारी एग्जाम के पूछा गया सी सिल्वीकल्चर, बट लोगों ने सिल्क वॉर्म जो सेरीकल्चर ज़्यादा चलता है वो लगाता, लेकिन उन्होंने सिल्वीकल्चर जो है वो पूछा सी। सो जिमें आपां एपीकल्चर की गल की, देयर आर डिफरेंट ब्रांचिज ऑफ एग्रीकल्चर साइंस जिहड़ियां कि डिफरेंट सोर्स नाल रिलेट करदियां। सो वो मेन जो ब्रांचिज ऑलमोस्ट यही होंदियां जो आपां एग्जाम पॉइंट ऑफ व्यू नाल पढ़ीए। सो तुसीं देख सकते हो सिल्वीकल्चर इज कल्टीवेशन ऑफ फॉरेस्ट्रीज, सेरीकल्चर रीडिंग ऑफ सिल्क वॉर्म्स, ओलेरीकल्चर वैजीटेबल साइंसिस नूं कहा जाता है, फ्रूट साइंसिस नूं कहा जाता है पोमोलॉजी, हॉर्टिकल्चर जिन्हों आप बागवानी कहते हैं, कल्टीवेशन ऑफ वैजीटेबल फ्रूट्स फ्लावर्स ओरनामेंटल प्लांट्स। दैन वर्मीकल्चर अर्थवॉर्म जिहड़े हुंदे है, ग्रेप्स नूं कहा जाता है विटीकल्चर ग्रेप्स के साइंसिस नूं, फ्लोरीकल्चर फ्लोरी तो तुसीं याद रखना फ्लावर नूं, पीसीकल्चर फिशिज। दैन अबोरीकल्चर दे विच सारी चीज़ आ जाती है डिफरेंट इंडिविजुअल ट्री श्रब, या अगर आप वुडी प्लांट्स की गल करिए तो उन्होंने कहा जाता है अबोरीकल्चर। सो तुसीं इहदा स्क्रीनशॉट लै सकते हो, इन्हों कंप्लीट जो है वो स्टडी कर लेना। दैन प्रोडक्शन फैक्ट्रीज ऑफ इंडियन रेलवेज। सो ये क्यों इंपोर्टेंट रहा? इंडियन रेलवे न्यूज़ रही 12,000, इतने 12,000 कर लेना दोस्तों, 12,000 हॉर्स पावर इलैक्ट्रिक लोको ऑपरेशनलाइज्ड। लोको मीनस इंजन, लोकोमोटिव, ठीक है। इस तरह का इंजन जो है वो इंडियन रेलवे ने 1200 हॉर्स पावर का खुद जो है इतने मैनुफैक्चर किया। नेम दिता वैग 12, मैनुफैक्चर किया गया माधेपुरा इलैक्ट्रिक लोकोमोटिव्स बिहार। किंदे एसोसीएशन नाल? इंडिया का कुछ साल पहला फ्रांस नाल टाईअप होया सी रेलवे दे विच, रीसेंट टाईअप होया इंडिया का जर्मनी नाल। सो फ्रांस नाल जो टाईअप होया, फ्रेंच एल्स्टॉम जो कंपनी है उनके नाल मिल के इंडिया ने ये जो है मैनुफैक्चर किया 12,000 हॉर्स पावर का। सो इस नाल इंडिया 6 कंट्री बनया, इन्ने हाईली पावर जो है वो लोकोमोटिव नूं या इंजन नूं खुद मैनुफैक्चर करन लई। सो जो फ्रेंच कंपनी नाल टाईअप होया है उनके लिए 2019 दे विच 35 लोकोमोटिव बनाए गए, 2020 दे विच 60 बनाए जाएंगे, एंड 2021 तो शुरू करके नैक्सट 10 to 11 ईयर्स दे विच 100 ईच ईयर जो है वो लोकोमोटिव इंडिया दे विच प्रोड्यूस किए जाएंगे। सो स्टैटिक जीके की गल करिए, अगर इंडियन रेलवे की गल हुई है, इंडियन रेलवे सिर्फ ट्रेन ही नहीं चलाता, इंडियन रेलवे की डिफरेंट फैक्ट्रीज भी है। दैट्स वाई इंडियन रेलवे जो है ये टॉप मोस्ट या जो लार्जेस्ट एम्पलॉयर है इंडिया का। सो प्रोडक्शन फैक्ट्री की गल करिए,
जिवें कि तुहानूं क्या प्रीवियस ईयर क्वेश्चन 2016 PSPCL एग्जाम क्वेश्चन वाज इन विच सिटी ऑफ इंडिया ICF इज सिचुएटेड इंटीग्रेटेड कोच फैक्ट्री, क्योंकि उस टाइम ते जो ट्रेन 18 जिन्होंने वंदे भारत किया जाता है वो ट्रेन का जो है वो इनोग्रेशन होया सी, दैट्स वाई वो क्वेश्चन किया गया। सो थोड़े सामने है वेरीअस फैक्ट्रीज ऑफ इंडियन रेलवे। फर्स्ट इज चितरंजन लोकोमोटिव, बहुत ही पुराना आप पढ़ते आ रहे हैं चितरंजन बारे, जिथे कि स्टीम लोकोमोटिव बनाए जाते सी, चितरंजन वेस्ट बंगाल। दैन DLW, इन्होंने सब ना इन्हों की शॉर्ट फॉर्म नाल जाना जाता है, डीजल लोकोमोटिव वर्क्स वाराणसी। व्हील एक्सल प्लांट बेंगलोर। DCW, तुसी DCW हर एक ने सुनिया होगा पटियाला, जिथे कि डीजल कंपोनेंट बनाए जाते हैं। दैन RCF कपूरथला। ICF जिथे कि मॉडर्न कोचिज बनाए जाते हैं पेराम्बूर चेन्नई। दैन भारत अर्थ मूवर बेंगलोर एंड रेलवे पार्ट्स भिलाई जो है उत्थे भी भिलाई रेलवे प्लांट किया जाता है। सो दीज आर वेरीअस फैक्ट्रीज ऑफ इंडियन रेलवे। सो दोस्तों हम स्क्रीनशॉट लैके पढ़ना इनू तुसी है, हर चीज़ हर टॉपिक की एक डिटेल मैं थोनों इत्थे दे रखी है। नैक्सट वेरी इंपोर्टेंट, हर एक ने सुनिया होगा कि इस वीक एक बड़ा इंपोर्टेंट जो है एक ट्रेजडी या एक त्रासदी हुई एम्फेन की है। एम्फेन एक सुपर साइक्लोन आया, केड़ी जगह आया, न्यूज़ आई उड़ीसा वेस्ट बंगाल ब्रेस फॉर एम्फन। ब्रेस मीनस तैयारी करना कि उड़ीसा वेस्ट बंगाल ने तैयारी की एम्फेन तूफान नू बीयर करन दी। सो सुपर साइक्लोन की हुंदा है, कैटेगरी 4 एक्सट्रीमली सीवियर साइक्लोनिक स्टॉर्म विद स्पीड नीयरली 195 किलोमीटर पर आवर, जिहड़ा कि बंगाल बे ऑफ बंगाल दे विच आया। आ नेम दिता गया दोस्तों थाईलैंड के द्वारा। एंड किहड़े रीजन को इफेक्ट किया, उड़ीसा वेस्ट बंगाल एंड बांग्लादेश। प्रीवियस तूफान जो उड़ीसा दे विच ही पिछले 2 सालों के आया वो मेन रहा सी साइक्लोन फैनी। सो आप अगर इनकी गल करिए मेन स्टैटिक जीके की, तो एक बड़ा इंपोर्टेंट टॉपिक हो जाता है कि कई बारी तो क्या जाता है साइक्लोन, फिर क्या जाता है हरीकेन या क्या जाता है टाइफून। सो इन्होंने डिफरेंस की है फ्रेंड्स कि ये डिफरेंस सिर्फ तो सिर्फ लोकेशन का है, उही तूफान सेम टू सेम सारी चीज़ रही है। लेकिन अगर स्टॉर्म्स इंडियन ओशियन या साउथ पैसीफिक ओशियन चाहे जिमें कि इंडिया के करीब, तो उन्होंने क्या आता है साइक्लोन। अगर साइक्लोन आए नॉर्थ एटलांटिक ईस्टर्न एंड सेंट्रल पैसीफिक ओशियन लाइक मैक्सीको पनामा उस तरह की कंट्रीज के क्या आता है हरीकेन। एंड अगर साइक्लोन आए नॉर्थਰਨ हैमीस्फीयर के उन्होंने क्या आता है टाइफून, जिमें कि जापान। सो ये तुसीं याद रखना है कि सिर्फ लोकेशन का फर्क है तिन्हां दी टर्मिनोलॉजी दे विच। नैक्सट टडोबा अंधारी टाइगर रिजर्व। सो टाइगर रिजर्व क्यों इंपोर्टेंट रहा, टाइगर एंड लियोपर्ड्स काउंटिंग इन टडोबा टाइगर रिजर्व। पहला तो आपको पता होना चाहिए कि टडोबा की है, टडोबा है महाराष्ट्र का लार्जेस्ट एज वेल एज ओल्डेस्ट नैशनल पार्क। किहड़ी जगह है, चंद्रपुरा डिस्ट्रिक्ट। सो क्यों न्यूज़ दे विच रहा, क्योंकि काउंटिंग की गई, इत्थे 115 टाइगर्स है एंड 151 जो है वो लियोपर्ड्स है। सो अगर आप स्टैटिक जीके की गल करिए, स्टैटिक जीके की गल आप करांगे, एग्जामिनर दा फेवरेट टॉपिक प्रोजैक्ट टाइगर। प्रोजैक्ट टाइगर किहड़े ईयर लॉन्च होया, 1973। एक होर क्वेश्चन बन सकता है कि प्रोजैक्ट टाइगर के अंडर NTCA नैशनल टाइगर कंजरवेशन अथॉरिटी कदों लॉन्च हुई, 2005। जदों प्रोजैक्ट टाइगर आया 1973 दे विच 8 नैशनल पार्क या वाइल्ड लाइफ सेंचुरी नू टाइगर रिजर्व का दर्जा दिता गया। लेकिन टिल टाइम अज दे टाइम ते टोटल टाइगर रिजर्व किन्ने है इंडिया दे विच, 50। सो दिस इज़ वेरी इंपोर्टेंट। 2019 दे विच जो टाइगर पॉपूलेशन हुई इंडिया दे विच, टोटल टाइगर किन्ने है, ये गवर्नमेंट वैबसाइट तो लिता गया फ्रेंड्स 2967। सब तो ज़्यादा टाइगर कित्थे है, मध्य प्रदेश 526, उस तो घट करनाटका 524। दैन बाकी भी दिते गए हैं। सो तुसीं इहनूं एक चीज़ नूं देख लेना है। दैन अपने लिए इंपोर्टेंट हो जाता है टाइगर रिजर्व। सो टाइगर रिजर्व इंपोर्टेंट हो जाते हैं। सो कुछ टाइगर रिजर्व मैं इत्थे दिते हैं लाइक जिम कॉर्बेट टाइगर रिजर्व उत्तराखंड, बांदीपुर कर्नाटका, कान्हा मध्य प्रदेश, सुंदरबंस वेस्ट बंगाल, मुदुमलाई तमिलनाडु, पेरियार केरला। बट नॉट सफिशिएंट, all the 50 tiger reserve along with project tiger the detail we will discuss in the upcoming lectures of static GK series.
ਸੋ ਦੋਸਤੋ ਜੋ ਟੌਪਿਕ ਵੱਡਾ ਹੁੰਦਾ ਹੈ ਉਹਨੂੰ ਆਪਾਂ ਮੰਗਲਵਾਰ ਤੇ ਜੋ ਸ਼ੁੱਕਰਵਾਰ ਆਪਣਾ ਜੋ ਲੈਕਚਰ ਆਉਂਦਾ ਉਹਦੇ 'ਚ ਆਪਾਂ ਇੱਕ ਇੱਕ ਟੌਪਿਕ ਲੈ ਕੇ ਉਹਨੂੰ ਕੰਪਲੀਟ ਸਟੱਡੀ ਕਰਦੇ ਹਾਂ। ਸੋ ਉਹਦੇ 'ਚ ਆਪਾਂ ਟੌਪਿਕ ਲੈ ਕੇ ਆਵਾਂਗੇ ਟਾਈਗਰ ਰਿਜ਼ਰਵ, ਜਿਹਦੇ 'ਚ ਆਪਾਂ ਪ੍ਰੋਜੈਕਟ ਟਾਈਗਰ ਬਾਰੇ ਸਟੱਡੀ ਕਰਾਂਗੇ, NTCA ਬਾਰੇ ਸਟੱਡੀ ਕਰਾਂਗੇ। ਇਹ ਸਟੱਡੀ ਕਰਾਂਗੇ ਕਿ ਟਾਈਗਰ ਦੀ ਜੋ ਕਾਊਂਟਿੰਗ ਹੈ ਉਹ ਹੁੰਦੀ ਕਿਵੇਂ ਹੈ ਨਾ, ਕਿਸ ਤਰ੍ਹਾਂ ਮੋਬਾਈਲ ਐਪ ਦੇ ਜ਼ਰੀਏ ਹੁੰਦੀ ਹੈ ਜਾਂ ਕਿਸ ਤਰ੍ਹਾਂ ਉਹ ਹੁੰਦੀ ਹੈ, ਤਾਂ ਉਹ ਸਾਰੀ ਚੀਜ਼ ਆਪਾਂ ਉਹਦੇ 'ਚ ਡਿਸਕਸ ਕਰਾਂਗੇ। ਸੋ ਦੋਸਤੋ ਅੱਜ ਦਾ ਆਪਣਾ ਲਾਸਟ ਟੌਪਿਕ ਹੈ ਉਹ ਹੈ ਸੈਰੇਬਰਸ ਟ੍ਰੋਜਨ। ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਮੈਂ ਤੁਹਾਨੂੰ ਅਵੇਅਰ ਕਰਵਾਉਣਾ ਚਾਹੁੰਦਾ ਇਸ ਬਾਰੇ। CBI ਨੇ ਅਲਰਟ ਕੀਤਾ ਨਿਊ ਟ੍ਰੋਜਨ ਬਾਰੇ। ਸੋ ਆਪਾਂ ਐਗਜ਼ਾਮ ਦੇ ਵਿੱਚ ਆਪਣੇ ਕੰਪਿਊਟਰ ਵੀ ਆਉਂਦਾ ਹੈ, ਸੋ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਟ੍ਰੋਜਨ ਕੀ ਚੀਜ਼ ਹੈ, ਵਾਇਰਸ ਨਾਲੋਂ ਇਹ ਕਿਵੇਂ ਡਿਫਰੈਂਟ ਹੈ ਜਾਂ ਕੀ ਇਹ ਵਾਇਰਸ ਹੀ ਹੁੰਦਾ ਹੈ। ਟ੍ਰੋਜਨ ਕੀ ਹੈ? ਟ੍ਰੋਜਨ ਇਜ਼ ਏ ਮੈਲੀਸ਼ੀਅਸ ਸੌਫਟਵੇਅਰ। ਇਹ ਇੱਕ ਮੈਲੀਸ਼ੀਅਸ ਸੌਫਟਵੇਅਰ ਆਇਆ ਹੈ ਸੈਰੇਬਰਸ। ਤੁਹਾਨੂੰ ਪਤਾ ਹੈ ਜਿਹੜੇ ਵਰਡ ਨਾਲ MAL ਲੱਗ ਜੇ ਤਾਂ ਉਹ ਬੇਕਾਰ ਹੋ ਜਾਂਦਾ ਹੈ, ਯਾਨੀ ਕਿ ਖਰਾਬ ਚੀਜ਼ ਹੈ ਇਹ ਕੋਈ ਨਾ ਕੋਈ। ਸੋ ਸੈਰੇਬਰਸ ਕਿਉਂ ਇੰਪੋਰਟੈਂਟ ਹੈ? ਕਿਉਂਕਿ ਇਹ ਮੇਨ ਅਫੈਕਟ ਕਰ ਰਿਹਾ ਹੈ ਐਂਡਰੋਇਡ ਡਿਵਾਈਸਿਸ ਨੂੰ ਤੇ ਕੰਪਿਊਟਰ ਸਿਸਟਮ ਨੂੰ। ਆਪਾਂ ਸਾਰਾ ਦਿਨ ਐਂਡਰੋਇਡ ਡਿਵਾਈਸ ਯੂਜ਼ ਕਰਦੇ ਹਾਂ। ਸੋ ਇਨ ਸ਼ੋਰਟ 'ਚ ਅਗਰ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਕਿਸੇ ਵੀ ਤਰ੍ਹਾਂ ਦਾ ਅਗਰ ਕਿਸੇ ਵੈਬਸਾਈਟ 'ਤੇ ਤੁਹਾਨੂੰ ਕੋਈ ਲਿੰਕ ਮਿਲੇ ਕਿ ਇਸ ਲਿੰਕ 'ਤੇ ਕਲਿੱਕ ਕਰੋ, ਤੁਹਾਨੂੰ ਫ੍ਰੀ ਆਫ ਕੋਸਟ ਮਾਸਕ ਦਿੱਤੇ ਜਾਣਗੇ, ਤੁਹਾਨੂੰ PPE ਕਿੱਟ ਦਿੱਤੀ ਜਾਊਗੀ, ਤਾਂ ਤੁਸੀਂ ਉਸ 'ਤੇ ਕਲਿੱਕ ਨਹੀਂ ਕਰਨਾ ਹੈ। ਉਸ 'ਤੇ ਕਲਿੱਕ 'ਤੇ ਹੋਏਗਾ ਕਿ ਤੁਹਾਡੀ ਸਕਰੀਨ ਨੂੰ ਜੋ ਹੈ ਉਹ ਮਿਰਰ ਇਮੇਜ ਬਣਾ ਲਿਆ ਜਾਏਗਾ ਐਂਡ ਉਸ ਤੋਂ ਬਾਅਦ ਤੁਸੀਂ ਕੋਈ ਵੀ ਪਾਸਵਰਡ ਜਾਂ ਕੋਈ ਵੀ ਉਹਦੇ 'ਚ ਫਿਲ ਕਰ ਰਹੇ ਹੋ ਤਾਂ ਉਹ ਇਨਫੋਰਮੇਸ਼ਨ ਹੈਕਰ ਨੂੰ ਜਾ ਸਕਦੀ ਹੈ। ਸੋ CBI ਐਜ਼ ਵੈਲ ਐਜ਼ SBI ਨੇ ਵੀ ਇਹ ਇੱਕ ਥ੍ਰੈਟ ਜਾਰੀ ਕੀਤਾ ਹੈ ਕਿ ਇਸ ਤੋਂ ਬਚਿਆ ਜਾਵੇ। ਸੋ ਟ੍ਰੋਜਨ ਹੁੰਦਾ ਕੀ ਹੈ ਇਹ ਤੁਸੀਂ ਪੜ੍ਹ ਲੈਣਾ। ਟ੍ਰੋਜਨ ਇੱਕ ਉਹ ਮਾਲਵੇਅਰ ਹੁੰਦਾ ਹੈ ਜੋ ਕੰਪਿਊਟਰ ਸਿਸਟਮ ਨੂੰ ਖਰਾਬ ਕਰਨ ਦੀ ਬਜਾਏ ਤੁਹਾਡੀ ਜੋ ਇੰਪੋਰਟੈਂਟ ਇਨਫੋਰਮੇਸ਼ਨ ਹੈ ਉਹਨੂੰ ਸਟੀਲ ਕਰ ਲੈਂਦਾ ਹੈ, ਉਹਨੂੰ ਚੋਰੀ ਕਰ ਲੈਂਦਾ ਹੈ। ਕੈਨ ਸਟੀਲ ਯੂਅਰ ਪਰਸਨਲ ਡਾਟਾ। ਸੋ ਇੱਕ ਚੀਜ਼ ਲਾਸਟ ਤੇ ਹੋਰ, ਲਾਸਟ ਟਾਈਮ ਆਪਾਂ ਇੱਕ ਸਲਾਈਡ ਕੀਤੀ ਸੀ MSME ਦੀ। ਉਹਦੇ 'ਚ ਤੁਸੀਂ ਇੱਕ ਚੇਂਜ ਨੋਟ ਕਰ ਲੈਣਾ ਜੋ ਗਵਰਨਮੈਂਟ ਨੇ ਹੀ ਚੇਂਜ ਕੀਤਾ ਹੈ, ਮਿਸਟੇਕ ਨਹੀਂ ਸੀ। ਗਵਰਨਮੈਂਟ ਨੇ ਚੇਂਜ ਕੀਤਾ ਮੀਡੀਅਮ ਐਂਟਰਪ੍ਰਾਈਜ਼ 20 ਕਰੋੜ 100 ਕਰੋੜ ਦੀ ਬਜਾਏ 50 ਕਰੋੜ ਐਂਡ 200 ਕਰੋੜ ਹੈ। ਡਿਟੇਲ ਕਰਨਾ ਹੈ ਤਾਂ ਤੁਸੀਂ ਪ੍ਰੀਵੀਅਸ ਵੀਡੀਓ ਦੇਖ ਸਕਦੇ ਹੋ, ਲੇਕਿਨ ਤੁਸੀਂ ਚੇਂਜ ਕਰ ਲੈਣਾ 20 ਇਨਵੈਸਟਮੈਂਟ 20 ਦੀ ਬਜਾਏ 50 ਐਂਡ 100 ਦੀ ਬਜਾਏ 200। ਇਹ ਗਵਰਨਮੈਂਟ ਨੇ ਹੀ 2 ਦਿਨਾਂ ਬਾਅਦ ਇਹਨੂੰ ਚੇਂਜ ਕੀਤਾ। ਨੈਕਸਟ ਲਾਸਟ ਚੀਜ਼ ਆਪਾਂ ਇੱਕ ਡਿਸਕਸ ਕਰਕੇ ਇਸ ਵੀਡੀਓ ਨੂੰ ਖਤਮ ਕਰਦੇ ਹਾਂ। ਇੱਕ ਕੁਝ ਹੋਰ ਐਗਜ਼ਾਮਪਲ ਅਬਾਊਟ ਜਰਨਲ ਅਵੇਅਰਨੈਸ ਕਿ ਆਹ ਵੀਡੀਓ ਤੁਹਾਡੇ ਲਈ ਕਿਉਂ ਇੰਪੋਰਟੈਂਟ ਹੋ ਜਾਂਦੀ ਹੈ। 2 ਨਿਊਜ਼ ਹੋਰ ਦੇਖੋ ਜੋ ਲੇਟੈਸਟ ਨਿਊਜ਼ ਹੈ, ਫਰਾਈਡੇ ਦੀਆਂ ਇਹ ਨਿਊਜ਼ ਹੈ। ਇੰਡੀਆ ਬੰਗਲਾਦੇਸ਼ ਸਾਈਨ ਇਨਲੈਂਡ ਵਾਟਰ ਟ੍ਰਾਂਜ਼ਿਟ। ਸੋ ਇਸ ਨਿਊਜ਼ ਦੇ ਨਾਲ ਆਪਾਂ ਨੂੰ ਕੀ ਪੜ੍ਹਨਾ ਪਏਗਾ? ਵਟ ਟੂ ਸਟੱਡੀ ਇਨ ਸਟੈਟਿਕ ਇਨਲੈਂਡ ਵਾਟਰਵੇਜ਼ ਆਫ ਇੰਡੀਆ। ਕਿੱਥੋਂ ਪੜ੍ਹੋਗੇ? ਵੇਅਰ ਯੂ ਕੈਨ ਫਾਈਂਡ। ਰੀਸੈਂਟਲੀ ਆਪਣਾ ਲੈਕਚਰ ਨੰਬਰ 6 ਐਸੇ ਚੀਜ਼ ਤੇ ਹੀ ਆਇਆ ਸੀ, ਇਨਲੈਂਡ ਵਾਟਰਵੇਜ਼ ਆਫ ਇੰਡੀਆ। ਸੋ ਤੁਸੀਂ ਦੇਖ ਸਕਦੇ ਹੋ ਪਲੇਲਿਸਟ ਦੇ ਵਿੱਚ। ਹੋਰ ਦੇਖੋ ਨਿਊਜ਼ ਆਈ 100% ਸੋਲਰਾਈਜੇਸ਼ਨ ਆਫ ਕੋਨਾਰਕ ਸਨ ਟੈਂਪਲ। ਇਹ ਗਵਰਨਮੈਂਟ ਆਫ ਇੰਡੀਆ ਨੇ ਇੱਕ ਸੈਂਟਰਲਾਈਜ਼ ਸਕੀਮ ਲੈ ਕੇ ਆਈ ਹੈ ਜੋ ਕੋਨਾਰਕ ਟਾਊਨ ਹੈ ਉੜੀਸਾ ਦੇ ਵਿੱਚ, ਜਿਹਨੂੰ ਸਨ ਨਗਰੀ, ਸੂਰਿਆ ਨਗਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਉਸ ਜਗ੍ਹਾ ਤੇ ਕੋਨਾਰਕ ਸਨ ਟੈਂਪਲ ਹੈ। ਉਹਦੇ ਲਈ ਉਹਨੂੰ ਕੰਪਲੀਟ 10 ਮੈਗਾਵਾਟ ਸੋਲਰ ਪਾਵਰ ਨਾਲ ਉਹਨੂੰ ਕੰਪਲੀਟਲੀ ਸੋਲਰਾਈਜ਼ ਕਰਨਾ। ਸੋ ਇਸ ਨਿਊਜ਼ ਤੋਂ ਰਿਲੇਟ ਕਰਦੀ ਹੋਈ ਸਟੈਟਿਕ ਆਪਾਂ ਨੂੰ ਕੀ ਪੜ੍ਹਨੀ ਪਏਗੀ? ਆਪਾਂ ਨੂੰ ਪਤਾ ਹੈ ਕਿ ਕੋਨਾਰਕ ਸਨ ਟੈਂਪਲ ਜੋ ਹੈ ਉਹ ਇੱਕ ਵਰਲਡ ਹੈਰੀਟੇਜ ਸਾਈਟ ਹੈ। 1984 ਦੇ ਵਿੱਚ ਉਹਨੂੰ ਦਰਜਾ ਦਿੱਤਾ ਗਿਆ। ਸੋ ਕੀ ਸਟੱਡੀ ਕਰਨੀ ਪਏਗਾ ਆਪਾਂ ਨੂੰ? ਵਰਲਡ ਹੈਰੀਟੇਜ ਸਾਈਟਸ ਨਾਲ ਸਨ ਟੈਂਪਲ ਹੈ ਤਾਂ ਆਪਾਂ ਨੂੰ ਡਿਸਕਸ ਕਰਨਾ ਪਏਗਾ ਟੈਂਪਲਸ ਆਫ ਇੰਡੀਆ। ਕਿੱਥੋਂ ਮਿਲੇਗਾ? ਫੋਰਚੂਨੇਟਲੀ ਆਪਾਂ ਜੋ ਆਪਣੇ ਪਹਿਲੇ 2 ਟੌਪਿਕ ਹੈ ਉਹ ਇਹੀ ਟੌਪਿਕ ਹੀ ਲਏ ਸੀ। ਪਹਿਲੇ 2 ਲੈਕਚਰ ਆਪਣੇ ਹੈ ਵਰਲਡ ਹੈਰੀਟੇਜ ਸਾਈਟ, ਨੈਕਸਟ 2 ਲੈਕਚਰ ਹੈ ਆਪਣੇ ਟੈਂਪਲਸ ਆਫ ਇੰਡੀਆ। ਸੋ ਦੋਸਤੋ ਜਰਨਲ ਅਵੇਅਰਨੈਸ ਹੁੰਦੀ ਕੀ ਚੀਜ਼ ਹੈ? ਸਟੈਟਿਕ GK ਹੁੰਦੀ ਹੈ, ਲੇਕਿਨ ਰਿਲੇਟ ਕਰਦੀ ਹੈ ਉਹ ਕਰੰਟ ਇਵੈਂਟਸ ਦੇ ਨਾਲ। ਸੋ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਬਖੂਬੀ ਆਉਣੀਆਂ ਚਾਹੀਦੀਆਂ, ਇੱਕ ਚੀਜ਼ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ। ਕਿਵੇਂ ਪਤਾ ਲੱਗੇਗਾ? ਜਸਟ ਤੁਹਾਨੂੰ ਕੁਛ ਨਾ ਕੁਛ ਫੋਲੋ ਕਰਨਾ ਪਏਗਾ। ਕਈ ਵਾਰੀ ਕੁਛ ਚੀਜ਼ਾਂ ਕਿਤਾਬਾਂ 'ਚੋਂ ਨਹੀਂ ਮਿਲ ਪਾਉਂਦੀਆਂ ਅਪਡੇਟਿਡ। ਸੋ ਤੁਸੀਂ ਜਿਵੇਂ ਕਿ ਮੈਂ ਤੁਹਾਨੂੰ ਕਿਹਾ ਸਿਰਫ 3 ਆਵਰਸ ਤੁਸੀਂ ਦੇਣੇ ਹੈ, ਦੈਨ ਤੁਹਾਡੀ ਜ਼ਿੰਮੇਵਾਰੀ ਸਾਡੇ ਸਰ। ਓਕੇ ਦੋਸਤੋ, ਥੈਂਕ ਯੂ ਸੋ ਮਚ ਫॉर ਲਿਸਨਿੰਗ ਪੇਸ਼ੈਂਟਲੀ ਐਂਡ ਸੋ ਫੀਡਬੈਕ ਜ਼ਰੂਰ ਦੇਣੀ ਹੈ ਲੈਕਚਰ ਦੀ। ਅਗਰ ਤੁਹਾਨੂੰ ਲੈਕਚਰ ਅੱਛਾ ਲੱਗਿਆ ਤਾਂ ਸ਼ੇਅਰ ਵੀ ਜ਼ਰੂਰ ਕਰਨਾ ਹੈ। ਓਕੇ ਦੋਸਤੋ, ਗੁੱਡ ਬਾਏ, ਰੱਬ ਰਾਖਾ।